ਬੈਚ 2013 ਬੇਸਿਕਲੀ ਇੱਕ ਟੀਮ ਦੀ ਕਹਾਣੀ ਹੈ ਜੀ। ਇੱਕ ਸਪੈਸ਼ਲ ਟੀਮ ਜਿਹੜੀ ਕਿ ਪੁਲਿਸ ਮਹਿਕਮੇ ਦੇ ਵਿੱਚੋਂ ਸਪੈਸ਼ਲ ਮੁੰਡਿਆਂ ਨੂੰ ਸਿਲੈਕਟ ਕਰਕੇ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦੇ ਕੇ ਇੱਕ ਟੀਮ ਬਣਾਈ ਜਾਂਦੀ ਹੈ, ਜਿਹੜੇ ਮੁੰਡਿਆਂ ਦੀ ਗਿਣਤੀ 20 ਆ। ਉਸ ਟੀਮ ਨੂੰ ਲੀਡ ਕਰਨ ਦੀ ਜ਼ਿੰਮੇਵਾਰੀ ਮੇਰਾ ਜੋ ਮੈਂ ਕਿਰਦਾਰ ਨਿਭਾ ਰਿਹਾ ਨਿਹਾਲ ਸਿੰਘ, ਉਹਨੂੰ ਸੌਂਪੀ ਜਾਂਦੀ ਆ। ਬਟ ਨਿਹਾਲ ਸਿੰਘ ਉਸ ਅਹੁਦੇ ਤੇ ਪਹੁੰਚਿਆ ਕਿਵੇਂ, ਇੰਨੀ ਵੱਡੀ ਜ਼ਿੰਮੇਵਾਰੀ ਉਹਨੂੰ ਦਿੱਤੀ ਕਿਉਂ ਗਈ, ਇਹ ਉਹਦੀ ਆਪਣੀ ਕਹਾਣੀ ਕੀ ਆ। ਉਸ ਤੋਂ ਬਾਅਦ ਜਦੋਂ ਉਹ ਟੀਮ ਬਣਾਉਣ ਦਾ ਜ਼ਿੰਮਾ ਉਹਦੇ ਮੋਢਿਆਂ ਤੇ ਦਿੱਤਾ ਜਾਂਦਾ ਤਾਂ ਉਹ ਟੀਮ ਬਣਾਉਣ ਦੇ ਵਿੱਚ ਦਿੱਕਤਾਂ ਕੀ ਆਉਂਦੀਆਂ ਨੇ, ਟੀਮ ਬਣਾਉਣ ਤੋਂ ਬਾਅਦ ਕਿਹੜਾ ਇਦਾਂ ਦਾ ਮਿਸ਼ਨ ਆ ਜਿਹੜਾ ਟੀਮ ਨੂੰ ਦਿੱਤਾ ਜਾਂਦਾ ਉਹ ਫਤਿਹ ਕਰਦੀ ਆ ਟੀਮ ਜਾਂ ਨਹੀਂ ਫਤਿਹ ਕਰਦੀ, ਇਹ ਕਹਾਣੀ ਹੈ ਜੀ ਬੈਚ 2013 ਦੀ। ਸੋ ਇੱਕ ਜਰਨੀ ਆ, ਨਿਹਾਲ ਜਿਹੜਾ ਮੈਂ ਕਿਰਦਾਰ ਨਿਭਾ ਰਿਹਾ ਉਹਦੀ 20 ਤੋਂ 25 ਸਾਲ ਦੀ ਇੱਕ ਜਰਨੀ ਦਿਖਾਈ ਗਈ ਹੈ। ਫਰੋਮ ਬੀਇੰਗ ਅ ਲੇਜ਼ੀ ਗਾਏ, ਨੌਨ ਫੋਕਸਡ ਗਾਏ ਆ, ਜਿਹੜਾ ਆਪਣੇ ਆਮ ਕਈ ਵਾਰੀ ਆਪਾਂ ਆਸ-ਪਾਸ ਦੇਖਦੇ ਹਾਂ ਆਪਣੀ ਮਿਡਲ ਕਲਾਸ ਫੈਮਿਲੀਜ਼ ਦੇ ਵਿੱਚ ਜਿਹੜੇ ਮੁੰਡੇ ਹੁੰਦੇ ਆ ਕਈ ਵਾਰੀ ਜਿਨ੍ਹਾਂ ਨੂੰ ਮਾਂ-ਬਾਪ ਕਹਿੰਦੇ ਆ ਵੀ ਤੂੰ ਕੁਛ ਕਰ ਲਾ, ਤੂੰ ਕੈਰੀਅਰ ਰਿਲੇਟਡ ਕੁਛ ਸੋਚ ਲਾ, ਤੇ ਜਦੋਂ ਇਹ ਕਹਿੰਦੇ ਆ ਵੀ ਕੋਈ ਨਹੀਂ ਆਪੇ ਹੋ ਜਾਣਾ ਸਾਰਾ ਕੁਛ, ਟਾਈਮ ਆਉਣ ਤੇ ਆਪੇ ਹੋ ਜਾਣਾ, ਉਹ ਇੱਕ ਸ਼ੇਡ ਮੈਂ ਨਿਭਾ ਰਿਹਾ ਜਿਹੜਾ ਤੁਸੀਂ ਪੋਸਟਰ ਦੇ ਵਿੱਚ ਜਾਂ ਟੀਜ਼ਰ ਟ੍ਰੇਲਰ ਦੇ ਵਿੱਚ ਦੇਖਿਆ, ਜਿਹੜਾ ਫੈਟੀ ਕਰੈਕਟਰ ਕਿੱਦਾਂ ਉਹ ਇੱਕ ਲੇਜ਼ੀ ਕਰੈਕਟਰ ਤੋਂ ਇੱਕ ਡਿਸਿਪਲਿਨਡ ਕਰੈਕਟਰ ਬਣਦਾ, ਉਹਦੀ ਜਰਨੀ, ਤੇ ਉਸ ਤੋਂ ਬਾਅਦ ਇਹ ਟੀਮ ਬਣਾਉਣ ਦੀ ਜਰਨੀ। ਤੇ ਇਹ ਟੀਮ ਕਿਉਂਕਿ ਸਨ 2013 ਦੇ ਵਿੱਚ ਬਣਦੀ ਆ, ਇਸ ਕਰਕੇ ਇਹਦਾ ਨਾਮ ਬੈਚ 2013 ਜੀ। ਹਾਂਜੀ, ਜਿਵੇਂ ਤੁਸੀਂ ਹੁਣ ਤੱਕ ਭਾਵੇਂ ਸੌਂਗਸ ਕਹੀਏ ਤੁਹਾਡੇ ਜਾਂ ਪਿਛਲੀਆਂ ਮੂਵੀਜ਼ ਵੀ ਕਹੀਆਂ, ਕਾਫੀ ਮੋਟੀਵੇਸ਼ਨਲ ਜਾਂ ਇੱਕ ਫੋਕਸ, ਇੱਕ ਟਰਾਂਸਫਰਮੇਸ਼ਨ ਜਨਰਲੀ ਤੇ ਰਹੀਆਂ ਨੇ, ਤੇ ਇਹ ਵੀ ਮੂਵੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਤੇ ਲੱਗ ਰਿਹਾ ਕਿ ਫਰੋਮ ਲੇਜ਼ੀ ਟੂ ਔਨ ਅ ਪ੍ਰੋਜੈਕਟ ਬੇਸਿਸ ਲੱਗ ਰਿਹਾ। ਤੁਸੀਂ ਨੂੰ ਮਤਲਬ ਤੁਹਾਨੂੰ ਜੇ ਤੁਹਾਡਾ ਆਪਣਾ ਇੱਕ ਐਟੀਟਿਊਡ ਜਾਂ ਕਿਰਦਾਰ ਕਹੀਏ ਕਿ ਇੱਕ ਟਰਾਂਸਫਰਮੇਸ਼ਨਲ ਜਾਂ ਮੋਟੀਵੇਸ਼ਨਲ ਮੂਵੀਜ਼ ਤੁਸੀਂ ਆਪਣੇ ਪਰਸਨਲ ਲਾਈਫ ਨਾਲ ਕਿਵੇਂ ਰਿਲੇਟ ਕਰਦੇ ਹੋ? ਪੋਜ਼ਿਟਿਵਿਟੀ ਨੂੰ ਰਿਲੇਟ ਕਰ ਸਕਦਾ ਜੀ ਮੈਂ, ਕਿਉਂਕਿ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਜੇ ਆਪਾਂ ਕਿਸੇ ਨੂੰ ਮਿਲਦੇ ਆ ਜਾਂ ਕਿਸੇ 'ਚ ਵਿਚਰਦੇ ਆ, ਲੋਕਾਂ 'ਚ ਵਿਚਰਦੇ ਆ, ਪੋਜ਼ਿਟਿਵਿਟੀ ਜ਼ਰੂਰ ਸਪਰੈਡ ਕਰੀਏ। ਉਹ ਚੀਜ਼ ਨਾਲ ਜ਼ਰੂਰ ਮੈਂ ਆਪਣੇ ਆਪ ਨੂੰ ਰੀਅਲ ਲਾਈਫ ਦੇ ਵਿੱਚ ਰਿਲੇਟ ਕਰਦਾ। ਰਹੀ ਗੱਲ ਮੋਟੀਵੇਸ਼ਨ ਦੀ, ਮੈਨੂੰ ਐਂ ਲੱਗਦਾ ਕਿ ਪਹਿਲੇ ਗਾਣੇ ਤੋਂ ਹੀ ਲੈ ਕੇ 2015 'ਚ ਠੋਕਰ ਗਾਣਾ ਆਇਆ ਸੀ, ਉਹ ਤੋਂ ਲੈ ਕੇ ਹੁਣ ਤੱਕ ਜਿੰਨੇ ਉੱਦਾਂ ਦੇ ਗਾਣੇ ਮੈਂ ਮੋਟੀਵੇਸ਼ਨਲ ਕੀਤੇ ਆ, ਉਸ ਇੱਕ ਗਾਣੇ ਨਾਲ ਜੇ ਇੱਕ ਬੰਦੇ ਦੀ ਵੀ ਲਾਈਫ ਪੋਜ਼ਿਟਿਵਲੀ ਚੇਂਜ ਹੋਈ ਆ ਤਾਂ ਉਹ ਮੇਰੇ ਲਈ ਮੋਟੀਵੇਸ਼ਨ ਆ, ਤਾਂ ਕਿ ਮੈਂ ਦੁਬਾਰਾ ਉਹ ਫੇਰ ਉੱਦਾਂ ਦਾ ਕੰਮ ਕਰ ਸਕਾਂ। ਤੇ ਜਿੱਦਾਂ ਦੇ ਮੈਸੇजेस ਮੈਨੂੰ ਆਉਂਦੇ ਆ ਜਾਂ ਆਏ ਆ ਹੁਣ ਤੱਕ, ਕਈ ਕਮੈਂਟਸ ਇੱਦਾਂ ਦੇ ਹੁਣ ਤੱਕ ਜਿਹੜੇ ਮੈਂ ਪੜ੍ਹੇ ਆ, ਉਹ ਮੈਨੂੰ ਇੱਦਾਂ ਲੱਗਦਾ ਵੀ ਉਹ ਇੱਕ ਕਮੈਂਟ ਜਿਹੜਾ ਜਾਂ ਉਹ ਇੱਕ ਮੈਸੇਜ ਜਿਹੜਾ ਦਿਲੋਂ ਜਿਨ੍ਹਾਂ ਨੇ ਲਿਖਿਆ, ਚਾਹੇ ਕੋਈ ਇਹ ਗੱਲ ਕਹਿੰਦਾ ਕਿ ਤੁਹਾਡਾ ਗਾਣਾ ਸੁਣ ਕੇ ਮੈਂ ਨਸ਼ੇ ਛੱਡੇ, ਚਾਹੇ ਕੋਈ ਇਹ ਗੱਲ ਕਹਿੰਦਾ ਕਿ ਮੇਰੇ ਮਨ 'ਚ ਸੁਸਾਈਡਲ ਥਾਟਸ ਆਉਂਦੇ ਸੀ, ਮੈਂ ਉਹ ਚੀਜ਼ ਦਿਮਾਗ 'ਚੋਂ ਕੱਢੀ, ਚਾਹੇ ਆਪਣੇ ਯੰਗ ਮੁੰਡੇ ਪੰਜਾਬ ਦੇ ਜਿਹੜੇ ਆ ਉਹ ਇਹ ਗੱਲ ਕਹਿੰਦੇ ਆ ਜਦੋਂ ਕਿ ਅਸੀਂ ਪੰਜਾਬ ਪੁਲਿਸ ਦੀ ਭਰਤੀ ਕੱਢੀ, ਗਾਣਾ ਸੁਣ ਕੇ ਅਸੀਂ ਟ੍ਰੇਨਿੰਗ ਕੀਤੀ, ਫਿਰ ਉਹ ਚੀਜ਼ਾਂ ਮੈਨੂੰ ਐਂ ਲੱਗਦਾ ਕਿ ਉਹਦੇ ਸਾਹਮਣੇ ਉਹ ਉੱਦਾਂ ਦੇ ਇੱਕ ਮੈਸੇਜ, ਉਹਨੂੰ ਮੈਸੇਜ ਆਪਾਂ ਇੰਗਲਿਸ਼ 'ਚ ਮੈਸੇਜ ਕਹਿੰਦੇ ਆ, ਪਰ ਉਹਨਾਂ ਦੇ ਦਿਲ ਦੀ ਗੱਲ ਹੁੰਦੀ ਆ ਉਹ ਇੱਕ ਮੈਸੇਜ ਫਿਰ 1 ਲੱਖ ਦੇ ਬਰਾਬਰ ਹੋ ਜਾਂਦਾ ਜੀ ਮੇਰੇ ਲਈ, ਉਹੀ ਮੇਰੀ ਮੋਟੀਵੇਸ਼ਨ ਆ ਫਿਰ। ਤੇ ਉੱਥੇ ਫਿਰ ਕਈ ਵਾਰੀ ਘਾਟਾ, ਨੁਕਸਾਨ, ਕਮਰਸ਼ੀਅਲ ਉਹ ਚੀਜ਼ਾਂ, ਨਾਨ ਕਮਰਸ਼ੀਅਲ ਚੀਜ਼ਾਂ ਉਹ ਚੱਲਣੀਆਂ ਪੈਂਦੀਆਂ ਨੇ, ਤੇ ਉਹ ਡਿਸੀਜਨ ਫਿਰ ਮੈਂ ਪੋਜ਼ਿਟਿਵਿਟੀ ਨਾਲ ਲੈਣਾ ਜੀ, ਵੀ ਜੇ ਅਸੀਂ ਦੁਨੀਆ ਤੇ ਆਏ ਆ ਤਾਂ ਪੈਸਾ ਨਾਲ ਤਾਂ ਲੈ ਨਹੀਂ ਜਾਣਾ, ਘੱਟੋ ਘੱਟ ਕੋਈ ਚੰਗਾ ਕੰਮ ਤਾਂ ਕਰਕੇ ਜਾਈਏ। ਇਹ ਸੋਚ ਨਾਲ ਚੱਲਦੇ ਜੀ, ਇਹ ਸੋਚ ਨਾਲ ਚੱਲਦੇ ਰਹਾਂਗੇ। ਹਾਂਜੀ ਹਰਦੀਪ, ਅਸੀਂ ਸਵੇਰੇ ਵੀ ਵੈਸੇ ਗੱਲਾਂ ਬਹੁਤ ਕੀਤੀਆਂ, ਪਰ ਕੁਛ ਗੱਲਾਂ ਮੈਨੂੰ ਲੱਗਦਾ ਸੀ ਵੀ ਸ਼ਾਮ ਨੂੰ ਵੀ ਤੁਹਾਡੇ ਨਾਲ ਜ਼ਰੂਰ ਕਰਾਂਗੇ। ਕੁਛ ਚੀਜ਼ਾਂ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਮੋਟੀਵੇਸ਼ਨਲ ਜਿਹੜੇ ਸਬਜੈਕਟ ਆ, ਮੋਟੀਵੇਸ਼ਨਲ ਕਨਸੈਪਟ, ਕੰਟੈਂਟਸ ਤੁਸੀਂ ਸੌਂਗਸ ਦੇ ਵਿੱਚ ਵੀ ਲੈ ਕੇ ਆਏ ਆ, ਫਿਲਮਾਂ 'ਚ ਵੀ ਲੈ ਕੇ ਆਏ ਆ। ਐਕਸਪੈਕਟੇਸ਼ਨਸ ਬਹੁਤ ਵੱਡੀਆਂ ਹੋ ਜਾਂਦੀਆਂ ਦਰਸ਼ਕਾਂ ਦੀਆਂ, ਹੈ ਨਾ, ਉਹਨਾਂ ਦੀਆਂ ਆਸਾਂ ਹੋਰ ਉੱਪਰ ਜਾਂਦੀਆਂ ਜਦੋਂ ਕੋਈ ਵੀ ਕੰਟੈਂਟ ਤੁਹਾਡੇ ਵੱਲੋਂ ਆਉਂਦਾ ਆ। ਸੋ ਇੱਕ ਪਾਸੇ ਜਦੋਂ ਆਪਾਂ ਕਮਰਸ਼ੀਅਲ ਜਿਹੜਾ ਲੈਵਲ ਆ ਉਹਦੀ ਗੱਲ ਕਰਦੇ ਹਾਂ ਤਾਂ ਤੁਸੀਂ ਕਿਹਾ ਘਾਟੇ ਵੀ ਝੱਲਣੇ ਪੈਂਦੇ ਆ, ਹੈ ਨਾ, ਬਟ ਬਹੁਤ ਵਾਰ ਇੱਦਾਂ ਵੀ ਹੁੰਦਾ ਆ ਕਿ ਜਦੋਂ ਤੁਸੀਂ ਇਹੋ ਜਿਹੇ ਕੰਟੈਂਟ ਲੈ ਕੇ ਆਉਂਦੇ ਹੋ ਤਾਂ ਉਹਨੂੰ ਕੰਟੀਨਿਊ ਕਰਨਾ, ਹੈ ਨਾ, ਉਹ ਬੜਾ ਚੈਲੰਜਿੰਗ ਹੁੰਦਾ ਆ। ਆਉਣ ਵਾਲੇ ਟਾਈਮ ਦੇ ਵਿੱਚ ਕੀ
ਕਨਸੈਪਟ ਇਹੋ ਜਿਹੇ ਹੋਣਗੇ, ਉਹਨਾਂ 'ਚ ਚੇਂਜ ਹੋਊਗੀ। ਜੇ ਅਸੀਂ ਸੌਂਗਸ ਦੀ ਗੱਲ ਕਰੀਏ ਤਾਂ ਉਹ ਮੋਟੀਵੇਸ਼ਨਲ ਸੌਂਗਸ ਜਿਨ੍ਹਾਂ ਨੇ ਚੇਂਜ ਕੀਤਾ ਕੁਝ ਲੋਕਾਂ ਨੂੰ, ਹੈ ਨਾ, ਤੇ ਉਹ ਲੋਕ ਜਿਹੜੇ ਉਮੀਦ ਰੱਖਦੇ ਆ। ਤੇ ਉਸ ਤੋਂ ਬਾਅਦ ਕੀ ਲੱਗਦਾ ਹੈ ਕਿ ਸੌਂਗਸ ਦੇ ਵਿੱਚ ਵੀ ਵੈਰਾਈਟੀ ਲਿਆਉਂਗੇ ਤੁਸੀਂ? ਦੋਨਾਂ ਚੀਜ਼ਾਂ ਦੇ ਵਿੱਚ ਕੀ ਹੋਊਗਾ ਅੱਗੇ? ਅਸਲ 'ਚ ਜਿਹੜੇ ਮੈਂ ਘਾਟੇ ਦੀ ਗੱਲ ਕੀਤੀ ਹੈ ਨਾ ਜੀ, ਉਹ ਘਾਟਾ ਆਪਾਂ ਪੈਸਿਆਂ 'ਚ, ਇਕੱਲਾ ਸਿਰਫ ਪੈਸਿਆਂ 'ਚ ਨਹੀਂ ਗਿਣ ਸਕਦੇ ਜਿਹੜੇ ਮੈਂ ਘਾਟੇ ਦੀ ਗੱਲ ਕਰਦਾ। ਦੂਸਰੀ ਗੱਲ ਇਹ ਆ ਵੀ ਕਮਰਸ਼ੀਅਲ ਨਾਨ ਕਮਰਸ਼ੀਅਲ ਉਹ ਉਦੋਂ ਹੁੰਦਾ ਅਪਰੂਵ ਜਦੋਂ ਉਹ ਚੀਜ਼ ਮਾਰਕੀਟ 'ਚ ਆਉਂਦੀ ਆ ਤੇ ਉਹਦਾ ਰਿਜ਼ਲਟ ਕੀ ਹੁੰਦਾ। ਜਦੋਂ ਤੁਣਕਾ ਰਿਲੀਜ਼ ਹੋਣੀ ਸੀ ਤਾਂ ਉਹਨੂੰ ਇੱਕ ਨਾਨ ਕਮਰਸ਼ੀਅਲ ਪ੍ਰੋਡਕਟ ਗਿਣਿਆ ਜਾਂਦਾ ਸੀ ਰਿਲੀਜ਼ ਤੋਂ ਪਹਿਲਾਂ, ਚਾਹੇ ਉਹ ਇੰਡਸਟਰੀ ਵੱਲੋਂ ਸੀ ਚਾਹੇ ਇੰਡਸਟਰੀ ਤੋਂ ਬਾਹਰਲੇ ਬੰਦੇ ਸੀ। ਤੁਣਕਾ ਨੂੰ ਇੱਕ ਨਾਨ ਕਮਰਸ਼ੀਅਲ ਪ੍ਰੋਡਕਟ ਡਿਕਲੇਅਰ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਸਾਨੂੰ ਸਵਾਲ ਵੀ ਈਵਨ ਇੰਟਰਵਿਊਜ਼ ਦੇ ਵਿੱਚ ਇਹੀ ਪੁੱਛੇ ਜਾਂਦੇ ਸੀ ਕਿ ਜੇ ਹਰਜੀਤਾ ਮੂਵੀ ਜਿਹੜੀ ਹਾਕੀ ਤੇ ਬਣੀ ਸੀ, ਜੇ ਉਹ ਫਲॉप ਹੋ ਗਈ ਜਾਂ ਉਹ ਨਹੀਂ ਪੈਸਾ ਕਮਾ ਸਕੀ, ਹਾਊ ਡੂ ਯੂ ਐਕਸਪੈਕਟ ਕਿ ਤੁਹਾਡੀ ਫਿਲਮ ਜਿਹੜੀ ਆ ਉਹ ਕਮਰਸ਼ੀਅਲੀ ਸਕਸੈਸਫੁਲ ਹੋ ਜੂਗੀ। ਤੇ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਜਿਹੜੀਆਂ ਚੀਜ਼ਾਂ ਪਾਸਟ ਦੇ ਵਿੱਚ ਕੁਝ ਗਲਤ ਹੋ ਗਈਆਂ ਜਾਂ ਪਾਸਟ ਦੇ ਵਿੱਚ ਜਿਹੜੀਆਂ ਨਹੀਂ ਹੋ ਸਕੀਆਂ, ਉਹਦਾ ਜ਼ਰੂਰੀ ਤਾਂ ਨਹੀਂ ਵੀ ਫਿਊਚਰ 'ਚ ਵੀ ਨਹੀਂ ਹੋ ਸਕਣਗੀਆਂ, ਪਹਿਲੀ ਗੱਲ। ਦੂਸਰੀ ਗੱਲ ਇਹ ਹੈ ਜੀ, ਹਰ ਤਰ੍ਹਾਂ ਦੀ ਚੀਜ਼ ਕਰਾਂਗੇ। ਮੇਰੇ ਹਿਸਾਬ ਨਾਲ ਇਨ ਪਾਸਟ ਵੀ ਮੈਂ ਕੀਤੀ ਆ, ਆਪਣੇ ਦਿਲ ਨੂੰ ਜਿਹੜੀਆਂ ਚੰਗੀਆਂ ਲੱਗਦੀਆਂ। ਮੈਨੂੰ ਸੈਡ Song ਬੜੇ ਵਧੀਆ ਲੱਗਦੇ ਆ ਤੇ ਉਹ ਮੈਂ ਸੈਡ Song ਵੀ ਕੁਝ ਕੀਤੇ ਆ, ਬੀਟ Song ਵੀ ਕੁਝ ਕੀਤੇ ਆ। ਹਾਂ, ਇਹ ਜ਼ਰੂਰ ਆ ਵੀ ਹੱਦ 'ਚ ਰਹਿ ਕੇ ਕੀਤੇ ਆ। ਕਿਸੇ ਵੈਪਨ ਦੀ ਜਾਂ ਡਰੱਗਸ ਦੀ ਜਾਂ ਐਲਕੋਹਲ ਦੀ ਮੈਂ ਕਦੇ ਗੱਲ ਕੀਤੀ, ਮੈਨੂੰ ਪਸੰਦ ਨਹੀਂ, ਮੈਂ ਤਾਂ ਨਹੀਂ ਕੀਤੀ। ਅਦਰਵਾਈਜ਼ ਜੇ ਆਪਾਂ ਗੱਲ ਲੋਕ ਲੱਜਾ ਦੀ ਕਰੀਏ ਤਾਂ ਜਿਹੜੇ ਕੰਮ 'ਚ ਅਸੀਂ ਪੈਰ ਧਰ ਲਿਆ ਉਹਦੇ 'ਚ ਤਾਂ ਮੈਨੂੰ ਲੱਗਦਾ ਨਹੀਂ ਵੀ ਲੋਕ ਲੱਜਾ ਨਾਮ ਦੀ ਕੋਈ ਚੀਜ਼ ਹੈਗੀ ਆ, ਐਗਜ਼ਿਸਟ ਕਰਦੀ ਆ। ਕਿਉਂਕਿ ਸਾਡੇ ਤਾਂ ਜਿਵੇਂ ਉਹ ਮਹਿਕਮੇ ਦੇ ਵਿੱਚ ਮੈਂ ਕਹੂੰਗਾ ਵੀ ਉਹ ਕੰਮ ਆ ਵੀ ਤੁਸੀਂ ਕਮੈਂਟਸ ਤਾਂ ਜਿਹੜੇ ਆ ਨਾ ਉਹ ਪੜ੍ਹਨੇ ਹੀ ਨਹੀਂ। ਜੇ ਤੁਸੀਂ ਆਰਟਿਸਟ ਬਣਨਾ, ਠੀਕ ਆ, ਉਹ ਤਾਂ ਤੁਸੀਂ ਪੜ੍ਹਨੇ ਹੀ ਨਹੀਂ। ਮੇਰੇ ਕੇਸ 'ਚ ਉਲਟਾ ਹੁੰਦਾ, ਮੈਂ ਕਮੈਂਟਸ ਪੜ੍ਹ ਕੇ ਹੀ ਚੱਲਦਾ। ਜੇ ਮੇਰਾ ਕੋਈ ਗਾਣਾ ਨਹੀਂ ਵੀ ਚੱਲਦਾ, ਬਹੁਤ ਇਦਾਂ ਦੇ ਹੋਏ ਆ ਗਾਣੇ, ਉਹ ਪੋਜ਼ਿਟਿਵ ਗਾਣੇ ਵੀ ਸੀ, ਮੋਟੀਵੇਸ਼ਨਲ ਗਾਣੇ ਕੁਝ ਵਿੱਚ ਸੀਗੇ, ਸੋਸ਼ਲ ਗਾਣੇ ਸੀਗੇ ਕੁਝ ਜਿਹੜੇ ਨਹੀਂ ਵੀ ਚੱਲੇ ਵਿਊਜ਼ ਵਾਈਜ਼, ਜਿਵੇਂ ਮਰਜ਼ੀ ਲਾ ਲਓ ਤੁਸੀਂ। ਬਟ ਜਦੋਂ ਫਿਰ ਉਹ ਕਮੈਂਟਸ ਪੜ੍ਹਦਾ ਮੈਨੂੰ ਐਂ ਲੱਗਦਾ ਵੀ ਉਹ ਜੇ ਕਿਸੇ ਮਨਪ੍ਰੀਤ ਸਿੰਘ ਨਾਮ ਦੇ ਬੰਦੇ ਦੇ ਕਮੈਂਟ ਕੀਤਾ ਹੁੰਦਾ, ਮੈਨੂੰ ਉਹ ਦਿਖਣ ਲੱਗ ਜਾਂਦਾ। ਮੈਨੂੰ ਇਦਾਂ ਲੱਗਦਾ ਵੀ ਉਹ ਮਨਪ੍ਰੀਤ ਸਿੰਘ ਮੇਰੇ ਨਾਲ ਦਿਲੋਂ ਜੁੜਿਆ ਹੋਇਆ। ਤੇ ਇਹ ਚੀਜ਼ ਅਪਰੂਵ ਹੋਈ ਲਾਸਟ ਈਅਰ ਤੁਣਕਾ ਵੇਲੇ। ਨਹੀਂ ਸੀ ਐਕਸਪੈਕਟ ਕੀਤਾ ਮੈਂ ਜਾਂ ਮੇਰੀ ਟੀਮ ਨੇ ਕਿ ਉਸ ਫਿਲਮ ਦਾ ਰਿਜ਼ਲਟ ਇਦਾਂ ਦਾ ਆਊਗਾ। ਠੀਕ ਆ, ਸਾਨੂੰ ਇਦਾਂ ਪਤਾ ਸੀਗਾ ਕਿ ਅਸੀਂ ਵਧੀਆ ਚੀਜ਼ ਬਣਾਈ ਆ, ਕੋਈ ਨਿੰਦੂਗਾ ਨਹੀਂ, ਹਰੇਕ ਬੰਦਾ ਇਹੀ ਕਹੂਗਾ ਕਿ ਹਾਂ ਬਹੁਤ ਵਧੀਆ ਚੀਜ਼ ਬਣਾਈ ਆ। ਬਟ ਜਿਹੜੀ ਹੱਲਾਸ਼ੇਰੀ ਜਾਂ ਜਿਹੜਾ ਹੁੰਗਾਰਾ ਲੋਕਾਂ ਨੇ ਦਿੱਤਾ, ਉਹ ਸਾਡੀ ਐਕਸਪੈਕਟੇਸ਼ਨ ਤੋਂ ਕਿਤੇ ਉੱਤੇ ਸੀ। ਉੱਥੇ ਫਿਰ ਮੈਂ ਸੋਚਦਾ ਵੀ ਇਹ ਉਹ ਲੋਕ ਨੇ ਜਿਹੜੇ ਸ਼ਾਇਦ ਸਾਡੇ ਵਾਲੇ ਜਿਹੜੇ ਨੇ ਉਹ ਚੁੱਪ ਕਰਕੇ ਜ਼ਿਆਦਾ ਬੈਠਦੇ ਆ। ਸ਼ਾਇਦ ਸਾਡੇ ਵਾਲੇ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਰੌਲਾ ਘੱਟ ਪਾਉਂਦੇ ਆ। ਸ਼ਾਇਦ ਸਾਡੇ ਵਾਲੇ ਉਦੋਂ ਆਉਂਦੇ ਆ ਜਦੋਂ ਸਾਨੂੰ ਉਹਨਾਂ ਦੀ ਲੋੜ ਹੁੰਦੀ ਆ। ਤੇ ਇਹੀ ਉਮੀਦ ਅਸੀਂ ਬੈਚ 2013 ਤੋਂ ਵੀ ਕਰਦੇ ਹਾਂ। ਮੇਰਾ ਕੁਐਸਚਨ ਹੈ ਹਰਦੀਪ ਜੀ, ਤੁਹਾਨੂੰ ਲਾਈਵ ਸ਼ੋਜ਼ ਦੇ ਉੱਤੇ ਬਹੁਤ ਘੱਟ ਦੇਖਿਆ ਜਾਂਦਾ। ਸੀਜ਼ਨ ਆ ਕਿ ਸਾਰੇ ਸਿੰਗਰਸ ਵਰਲਡ ਸ਼ੋ ਕਰ ਰਹੇ ਆ, ਵਰਲਡ ਟੂਰ ਕਰ ਰਹੇ ਆ, ਬਟ ਹਰਦੀਪ ਜੀ ਨੂੰ ਦੇਖਿਆ ਜਾਂਦਾ। ਉਹਦਾ ਕੋਈ ਰੀਜ਼ਨ ਆ ਜਾਂ ਫਿਰ ਤੁਸੀਂ ਮੂਵੀਜ਼ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੋ? ਬੜਾ ਪਿਆਰਾ ਸਵਾਲ ਹੈ ਜੀ, ਬੜਾ ਗੁੱਝਾ ਸਵਾਲ ਕੀਤਾ ਤੁਸੀਂ। ਹੁਣ ਦੋ ਆਨਸਰ ਦੇ ਸਕਦਾ ਦੋ ਤਰ੍ਹਾਂ ਦੇ। ਇੱਕ ਤਾਂ ਮੈਂ ਝੂਠ ਬੋਲ ਸਕਦਾ ਇੱਥੇ, ਤੇ ਇੱਕ ਮੈਂ ਸੱਚ ਬੋਲ ਸਕਦਾ। ਤੇ ਝੂਠ ਬੋਲਣ ਦਾ ਮੇਰੇ ਕੋਲ ਕੋਈ ਕਾਰਨ ਨਹੀਂ ਹੈਗਾ, ਮੈਂ ਸੱਚ ਹੀ ਬੋਲੂੰਗਾ। ਕੋਈ ਵੀ ਆਰਟਿਸਟ ਇੰਨਾ ਬਿਜ਼ੀ ਨਹੀਂ ਹੋ ਜਾਂਦਾ ਵੀ ਉਹ ਸ਼ੋਅ ਲਾਵੇ ਹੀ ਨਾ। ਠੀਕ ਹੈ, ਲਾਸਟ ਈਅਰ ਮੈਂ ਥੋੜਾ ਜਿਹਾ ਭਾਰਾ ਸੀ ਉਸ ਵਕਤ, ਜਦੋਂ ਸੀਜ਼ਨ ਜਿਹਨੂੰ ਆਪਾਂ ਕਹਿੰਦੇ ਆ ਸਿਆਲ ਲੰਘ ਕੇ ਗਏ ਇੰਡੀਆ ਦੇ ਵਿੱਚ, ਉਦੋਂ ਮੈਂ ਨਹੀਂ, ਮੇਰਾ ਤਾਂ ਕੋਟ ਪੈਂਟ ਵੀ ਨਹੀਂ ਸੀ ਆਉਂਦਾ ਜਿਹੜਾ ਮੈਂ ਸਟੇਜ ਤੇ ਚੜ੍ਹ ਜਾਂਦਾ ਉਦੋਂ। ਦੂਸਰੀ ਗੱਲ ਇਹ ਆ ਵੀ ਹਾਂ, ਪਹਿਲੇ ਦਿਨ ਤੋਂ ਹੀ ਮੈਨੂੰ ਸ਼ੋਅ ਘੱਟ ਮਿਲਿਆ ਜੀ। ਤੇ ਅੱਜ ਤੁਸੀਂ ਸਵਾਲ ਜਿਹੜਾ ਕਰ ਰਹੇ ਹੋ ਨਾ, ਇਹ ਆਸਟ੍ਰੇਲੀਆ ਦੀ ਧਰਤੀ ਹੀ ਇਦਾਂ ਦੀ ਧਰਤੀ ਹੈ ਜਿੱਥੇ ਮੈਂ ਅਸਲ 'ਚ ਇੰਡੀਆ ਤੋਂ ਬਾਹਰ ਕਿਤੇ ਸ਼ੋਅ ਲਾਉਣ ਆਇਆ। ਇਹ ਆਸਟ੍ਰੇਲੀਆ ਦੀ ਹੋਈ ਧਰਤੀ ਆ। ਤੇ ਉਹ ਵੀ ਆ ਤੁਹਾਡੇ ਸਾਡੇ ਜਿਹੜੇ ਪ੍ਰਮੋਟਰਸ ਸੀਗੇ, ਜੁਝਾਰ ਬਾਈ ਹੁਣੇ ਤੇ ਰਾਜਦੀਪ ਬਾਈ ਹੁਣੇ, ਸਾਡੇ ਇੱਥੇ ਅੱਜ ਵੀ ਮੌਜੂਦ ਨੇ। ਤੇ ਉਦੋਂ ਵੀ ਇਹਨਾਂ ਨੇ ਬੁਲਾਇਆ ਸੀ। ਉਦੋਂ ਤਰਸੇਮ ਬਾਈ ਹੁਣਾਂ ਦਾ ਸ਼ੋਅ ਸੀ। ਉਹਦੇ ਨਾਲ ਜਿਵੇਂ ਐ ਨਹੀਂ ਹੁੰਦਾ ਵੀ ਯਾਰ ਇੱਕ ਪੂਰਾ ਕਰ ਲਓ, ਤਿੱਕੜੀ ਪੂਰੀ ਕਰ ਲਓ। ਉਹ ਤਿੱਕੜੀ ਦਾ ਤੀਜਾ ਹਿੱਸਾ ਸੀ ਮੈਂ। ਤੇ ਉਹ ਚੀਜ਼ ਕਹਿਣ 'ਚ ਮੈਨੂੰ ਕੋਈ ਉਹ ਨਹੀਂ ਮੈਂ ਫੀਲ ਕਰਦਾ। ਜੋ ਸੱਚ ਆ ਉਹ ਸੱਚ ਆ। ਇੰਡੀਆ 'ਚ ਵੀ ਸ਼ੋਅਜ਼ ਘੱਟ ਮਿਲੇ ਆ, ਕੋਈ ਇਹਦੇ 'ਚ ਦੋ ਰਾਏ ਨਹੀਂ ਹੈਗੀ। ਉਹ ਘਾਟਾ ਤੁਸੀਂ ਉਹ ਘਾਟਾ ਵੀ ਗਿਣ ਲਓ ਜੇ ਆਪਾਂ ਗਿਣਤੇ ਆਉਨੇ ਆ। ਬਟ ਮੈਂ ਉਹੀ ਗੱਲ ਕਰਦਾ ਵੀ ਫਿਰ 100 ਸੁਨਿਆਰ ਦੀ ਤੇ 1 ਲਹਾਰ ਦੀ।
ਉਹ 4 5 6 ਸਾਲਾਂ ਦਾ ਘਾਟਾ ਫਿਰ ਉਹ ਤੁਣਕਾ ਨਹੀਂ ਪੂਰਾ ਕਰਤਾ ਜੀ ਪਿਛਲੇ ਸਾਲ। ਫਿਰ ਠੀਕ ਆ, ਕੋਈ ਚੱਕਰ ਨਹੀਂ, ਘਾਟੇ ਵੀ ਝੱਲਾਂਗੇ ਤੇ ਦਿੱਕਤਾਂ ਵੀ ਆਉਣਗੀਆਂ, ਪਰ ਇਹਦਾ ਮਤਲਬ ਇਹ ਤਾਂ ਹੈ ਨਹੀਂ ਵੀ ਰੁਕ ਜਾਵਾਂਗੇ, ਕੰਮ ਤਾਂ ਕਰਦੇ ਹੀ ਰਹਿਣਾ ਸੀ, ਇਹ ਗੱਲ ਪੱਕੀ ਆ। ਹੌਲੀ ਕਰੀਏ, ਥੋੜਾ ਕਰੀਏ, ਘੱਟ ਕਰੀਏ, ਬਟ ਕਰਦੇ ਤਾਂ ਰਹਾਂਗੇ। 2 ਪੈਰ ਘੱਟ ਤੁਰਨਾ ਪਰ ਤੁਰਨਾ ਤੁਰਨਾ ਮੜਕ ਦੇ ਨਾਲ। ਥੈਂਕ ਯੂ। ਡਾਇਰੈਕਟਰ ਸਾਹਿਬ, ਤੁਹਾਡਾ ਪਹਿਲਾ ਪ੍ਰੋਜੈਕਟ ਸੀ ਜਾਂ ਇਸ ਤੋਂ ਪਹਿਲਾਂ ਤੁਸੀਂ ਤੁਮਕਾ ਵੀ ਤੁਸੀਂ ਕੀਤੀ ਹੈ? ਹਾਂਜੀ ਹਾਂਜੀ। ਓਕੇ, ਤੁਹਾਨੂੰ ਕਿਵੇਂ ਦਾ ਲੱਗਿਆ? ਬਸ ਮੇਰੀ ਐਕਸਪੈਕਟੇਸ਼ਨ ਤੋਂ ਵੀ ਕਿਤੇ ਵੱਧ ਗਈ ਸੀਗਾ, ਕਿਉਂਕਿ ਫਸਟ ਪ੍ਰੋਜੈਕਟ ਜਿਹੜਾ ਤੁਣਕਾ ਸੀ ਉਹ ਇੰਨੇ ਹੁੰਦਾ ਨਹੀਂ, ਜਿਵੇਂ ਵੀ 3-4 ਸਾਲ ਕੋਲ ਪਾਲ ਕੇ ਰੱਖਿਆ ਸੀ ਉਹ, ਫਿਰ ਜਦੋਂ ਉਹ ਰਿਲੀਜ਼ ਹੋਇਆ ਤੇ ਇੰਨਾ ਜ਼ਿਆਦਾ ਰਿਸਪੌਂਸ ਵਧੀਆ ਮਿਲਿਆ, ਮਤਲਬ ਉਹੀ ਆ ਵੀ ਸਾਡੇ ਕੋਲ ਸ਼ਬਦ ਹੀ ਨਹੀਂ ਹੈਗੇ ਵੀ ਅਸੀਂ ਕਿਸ ਤਰ੍ਹਾਂ ਦੱਸੀਏ। ਤੇ ਉਹ ਜਿਹੜਾ ਉਹਨੂੰ ਉਹ ਹੌਸਲਾ ਮਿਲਿਆ ਸੀ, ਤਾਂ ਫਿਰ ਦੂਜੀ ਅਸੀਂ ਬੈਚ 2013 ਜਿਹੜੀ ਬਣਾਈ ਆ, ਕਿ ਉਸੇ ਹੌਸਲੇ ਨਾਲੇ ਬਣਾਈ। ਹਰਦੀਪ ਭਾਈ, ਮੇਰੇ ਖਿਆਲ ਸਤਿ ਸ਼੍ਰੀ ਅਕਾਲ ਤੁਹਾਨੂੰ। ਤੁਹਾਡੀ ਪਹਿਲੀ ਜੋਬ ਐਜ਼ ਏ ਲੈਕਚਰਰ ਸੀਗੀ ਨਾ? ਹਾਂਜੀ। ਸੋ ਆਪਾਂ ਬਹੁਤ ਘੱਟ ਦੇਖਦੇ ਹਾਂ ਕਿ ਉਸ ਪ੍ਰੋਫੈਸ਼ਨ ਦੇ ਬਾਅਦ ਸਿੰਗਿੰਗ ਤੇ ਦੈਨ ਐਕਟਿੰਗ ਵੱਲ ਤੁਸੀਂ ਆਏ ਹੋ। ਸੋ ਇਹ ਐਜੂਕੇਸ਼ਨ ਦਾ ਅਸਰ ਵੀ ਕਹਿ ਸਕਦੇ ਹਾਂ ਤੇ ਟੀਚਿੰਗ ਦਾ ਆਪਾਂ ਅਕਸਰ ਕਹਿ ਦਿੰਦੇ ਹਾਂ ਕਿ ਜਿਹੜੇ ਟੀਚਰ ਹੁੰਦੇ ਨੇ ਉਹ ਅਕਸਰ ਕੋਈ ਸਿੱਖਿਆ ਹੈ ਨਾ ਦੇਣ ਵਾਲੀ ਗੱਲ ਜਾਂ ਉਹਨਾਂ 'ਚ ਸੋਚ ਹੁੰਦੀ ਆ। ਸੋ ਇਹ ਕਨਸੈਪਟ ਉੱਥੋਂ ਵੀ ਉੱਭਰ ਕੇ ਆਉਂਦੇ ਕਿ ਕੀ ਸਭ? ਮੈਨੂੰ ਇਦਾਂ ਲੱਗਦਾ ਕਿ ਜਿਹੜੇ ਬੱਚੇ ਆ ਨਾ ਸਕੂਲ 'ਚ ਤਾਂ ਬਾਅਦ 'ਚ ਪੜ੍ਹਨ ਜਾਂਦੇ ਆ, ਜਾਂ ਉਹਨਾਂ ਦੀ ਪੜ੍ਹਾਈ ਜਿਹੜੀ ਆ ਉਹ ਮੇਰੇ ਹਿਸਾਬ ਨਾਲ ਬੁਕਿਸ਼ ਜ਼ਿਆਦਾ ਹੁੰਦੀ ਆ ਸਕੂਲ ਦੇ ਵਿੱਚ। ਉਹਨਾਂ ਦੇ ਘਰ ਦੇ ਵਿੱਚ ਜਿਹੜੀ ਪਰਵਰਿਸ਼ ਆ ਉਹ ਜ਼ਿਆਦਾ ਮੈਟਰ ਕਰਦੀ ਆ। ਕਿਤੇ ਨਾ ਕਿਤੇ ਪੇਰੈਂਟਸ ਦਾ ਸਭ ਤੋਂ ਵੱਧ ਰੋਲ ਆ ਉਹ। ਮੈਂ ਜੇ ਆਪਣੀ ਗੱਲ ਕਰਾਂ ਤਾਂ ਮੇਰੇ ਹਿਸਾਬ ਨਾਲ ਜਿਹੜੇ ਸੰਸਕਾਰ ਕਹਿ ਲਓ, ਐਟੀਕੇਟਸ ਕਹਿ ਲਓ, ਘਰੋਂ ਸਾਨੂੰ ਮਿਲੇ ਆ, ਉਸੇ ਐਟੀਕੇਟਸ ਦੇ ਨਾਲ ਅਸੀਂ ਚੱਲ ਰਹੇ ਹਾਂ। ਜ਼ਿਆਦਾ ਪੜ੍ਹਨ ਵਾਲਾ ਬੰਦਾ ਸਮਝਦਾਰ ਹੋਵੇ ਇਹ ਵੀ ਜ਼ਰੂਰੀ ਨਹੀਂ ਹੁੰਦਾ, ਘੱਟ ਪੜ੍ਹਿਆ ਲਿਖਿਆ ਕੋਈ ਬੇਵਕੂਫੀ ਹੋਵੇ ਇਹ ਵੀ ਜ਼ਰੂਰੀ ਨਹੀਂ ਹੁੰਦਾ। ਪੜ੍ਹਨ ਦਾ ਮੈਨੂੰ ਸ਼ੌਂਕ ਸੀ ਸ਼ੁਰੂ ਤੋਂ, ਤਾਂ ਕਰਕੇ ਮੈਂ ਬੀਟੈਕ ਵੀ ਕਰ ਗਿਆ, ਤਾਂ ਕਰਕੇ ਮੈਂ ਐਮਟੈਕ ਵੀ ਕਰ ਗਿਆ, ਫਲੋ 'ਚ ਕਰ ਗਿਆ, ਮੈਨੂੰ ਤਾਂ ਆਪ ਨਹੀਂ ਪਤਾ ਲੱਗਿਆ। ਗਾਉਣ ਦਾ ਵੀ ਸ਼ੌਂਕ ਮੈਨੂੰ ਉਨਾ ਹੀ ਜ਼ਿਆਦਾ ਸੀ, ਤੇ ਬਟ ਇੱਕ ਟਾਈਮ ਤੇ ਆ ਕੇ ਤੁਹਾਨੂੰ ਚੂਜ਼ ਕਰਨਾ ਪੈਂਦਾ। ਐਮਟੈਕ ਕੀਤੀ ਸੀ ਇਸ ਕਰਕੇ ਸੋਸਾਇਟੀ ਪ੍ਰੈਸ਼ਰ ਕਹਿ ਲਓ ਜਾਂ ਘਰਦਿਆਂ ਦਾ ਕਹਿ ਲਓ ਵੀ ਹੁਣ ਐਮਟੈਕ ਕੀਤੀ, ਐਮਟੈਕ ਕਰਕੇ ਤੂੰ ਹੁਣ ਗਾਉਣ ਥੋੜੀ ਲੱਗੇਗਾ, ਤਾਂ ਉਹ ਜੌਬ ਚੂਜ਼ ਕੀਤੀ। ਬਟ ਉਹ ਕੀੜਾ ਕਹਿ ਲਓ ਅੰਦਰ ਸੀਗਾ। ਜਦੋਂ ਜੌਬ ਚੂਜ਼ ਕੀਤੀ ਹਜੇ 3-3.5 ਮਹੀਨੇ ਹੀ ਹੋਏ ਸੀ ਮੈਨੂੰ ਜੌਬ ਕਰਦੇ ਨੂੰ। ਸਾਡੇ ਕਾਲਜ ਜਿੱਥੇ ਮੈਂ ਪੜ੍ਹਾਉਣ ਲੱਗਿਆ ਸੀ ਉੱਥੇ ਫੈਸਟ ਆ ਗਿਆ, ਕਾਲਜ ਫੈਸਟ ਆ ਗਿਆ। ਹੁਣ ਉੱਥੇ ਕਾਲਜ ਫੈਸਟ ਆਇਆ ਤੇ ਸਾਰੇ ਸਟੂਡੈਂਟਸ ਜਿਹੜੇ ਆ ਪਾਰਟਿਸਿਪੇਟ ਕਰ ਰਹੇ ਆ, ਕੋਈ ਗਾਉਣ 'ਚ, ਕੋਈ ਵਜਾਉਣ 'ਚ, ਕੋਈ ਭੰਗੜੇ 'ਚ, ਕੋਈ ਗਿੱਧੇ 'ਚ, ਸਾਰੇ ਪਾਰਟਿਸਿਪੇਟ ਕਰ ਰਹੇ। ਮੈਂ ਕਰ ਨਹੀਂ ਰਿਹਾ। ਇਹ ਮੇਰੀ ਜ਼ਿੰਦਗੀ 'ਚ ਪਹਿਲੀ ਵਾਰੀ ਹੋ ਰਿਹਾ ਸੀ ਵੀ ਮੇਰੇ ਆਸ-ਪਾਸ ਕੋਈ ਫੈਸਟ ਚੱਲਦਾ ਹੋਵੇ, ਕੋਈ ਐਕਟੀਵਿਟੀ ਚੱਲਦੀ ਹੋਵੇ ਤੇ ਮੈਂ ਪਾਰਟਿਸਿਪੇਟ ਨਾ ਕਰਾਂ, ਮੈਂ ਸਟੇਜ ਦੇ ਮੂਹਰੇ ਬੈਠਾਂ। ਕਿ ਉਹ ਤਾਂ ਮੇਰੀ ਜਗ੍ਹਾ ਮੈਨੂੰ ਲੱਗਦੀ ਨਹੀਂ ਸੀ ਵੀ ਮੇਰੀ ਉਹ ਜਗ੍ਹਾ ਹੈਗੀ। ਮੇਰੀ ਜਗ੍ਹਾ ਸਟੇਜ ਦੇ ਉੱਪਰ, ਸਟੇਜ ਦੇ ਮੂਹਰੇ ਨਹੀਂ। ਤੇ ਉਹ ਚੀਜ਼ ਮੈਂ ਉਦਣ ਹੀ ਸੋਚੀ, ਉਸ ਤੋਂ ਬਾਅਦ ਉਹ ਜੌਬ ਛੱਡਤੀ। ਬਾਕੀ ਹਾਂ ਇਹ ਜ਼ਰੂਰ ਆ ਵੀ ਪੜ੍ਹਾਈ ਜਿਹੜੀ ਆ ਉਹ ਜ਼ਰੂਰੀ, ਮੈਂ ਇਸ ਗੱਲੋਂ ਮੰਨਦਾ ਵੀ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ। ਲਾਈਫ ਦੇ ਐਕਸਪੀਰੀਅੰਸਿਸ ਜਿਹੜੇ ਨੇ ਨਾ ਉਹ ਕਿਤੇ ਨਾ ਕਿਤੇ ਆਪਾਂ ਨੂੰ ਸਕੂਲ ਜਾਂ ਕਾਲਜ 'ਚ ਮਿਲ ਜਾਂਦੇ ਆ ਜੇ ਆਪਾਂ ਸਿੱਖਣਾ ਚਾਹੀਏ, ਤੇ ਉਹ ਵੇਸਟ ਨਹੀਂ ਜਾਂਦੀ ਪੜ੍ਹਾਈ ਜਿਹੜੀ ਆ ਕਦੇ ਵੀ। ਜ਼ਰੂਰੀ ਨਹੀਂ ਹੈ ਵੀ ਪੜ੍ਹ ਲਿਖ ਕੇ ਤੁਸੀਂ ਮਾਸਟਰ ਹੀ ਲੱਗਣਾ, ਲੈਕਚਰਰ ਹੀ ਲੱਗਣਾ, ਬਟ ਪੜ੍ਹਾਈ ਕੰਮ ਜ਼ਰੂਰ ਹੁੰਦੀ। ਐਕਟਰ ਵੀ ਬਣ ਸਕਦੇ। ਐਕਟਰ ਵੀ ਬਣ ਸਕਦੇ ਆ। ਥੈਂਕ ਯੂ। ਇੱਕ ਮੇਰਾ ਅਗੇਨ ਕੁਐਸਚਨ ਹੈ, ਨੋ ਡਾਊਟ ਮੋਟੀਵੇਸ਼ਨਲ ਮੂਵੀ ਸੌਂਗਸ ਸਾਰਿਆਂ ਨੂੰ ਪਸੰਦ ਆਉਂਦੇ ਆ, ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਕਾਮੇਡੀ ਜਾਂ ਐਂਟਰਟੇਨਮੈਂਟ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ। ਆਈ ਥਿੰਕ ਚੱਲਦੇ ਵੀ ਉਹੀ ਹੈ। ਤੁਹਾਡੇ ਦਿਮਾਗ ਦੇ ਵਿੱਚ ਕੋਈ ਉਵੇਂ ਦਾ ਕਨਸੈਪਟ ਕਿ ਫਿਊਚਰ ਦੇ ਵਿੱਚ ਤੁਸੀਂ ਉਵੇਂ ਦਾ ਚੇਂਜ ਥੋੜਾ ਬਹੁਤਾ ਕਰਨ ਦੇ ਲਈ ਤੁਸੀਂ ਇੱਕੋ ਫਲੋ ਦੇ ਵਿੱਚ ਜਾਂਦੇ ਹੋ, ਤੁਸੀਂ ਉਹ 'ਚ ਚੇਂਜ ਚਾਹੀਦਾ ਤੁਹਾਨੂੰ, ਹੈ ਨਾ? ਤੁਹਾਡੇ ਮਨ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਕੋਈ ਉਵੇਂ ਦਾ ਕਨਸੈਪਟ ਹੋਵੇ ਕਿ ਆਉਣ ਵਾਲੇ ਟਾਈਮ 'ਚ ਅਸੀਂ ਆਹ ਕਾਮੇਡੀ ਕਰਾਂਗੇ ਜਾਂ ਐਮ ਦਾ ਥੋੜਾ ਹਟ ਕੇ ਕਨਸੈਪਟ ਲੈ ਕੇ ਆਵਾਂਗੇ? 3 ਪੁਆਇੰਟ ਨੇ ਜੀ ਤੁਹਾਡੇ ਸਵਾਲ ਦੇ। ਮੈਂ ਪਹਿਲੇ ਪੁਆਇੰਟ ਦੀ ਗੱਲ ਕਰਦਾ। ਤੁਸੀਂ ਪਹਿਲੀ ਗੱਲ ਕੀਤੀ ਵੀ ਕਾਮੇਡੀ ਫਿਲਮਸ ਜ਼ਿਆਦਾ ਚੱਲਦੀਆਂ ਨੇ, ਉਸ ਚੀਜ਼ ਨਾਲ ਮੈਂ ਸਹਿਮਤ ਨਹੀਂ ਹੈਗਾ। ਜੇ ਆਪਾਂ ਬਾਕਸ ਆਫਿਸ, ਹਾਂ ਆਉਂਦੀਆਂ ਨੇ, ਚੱਲਦੀਆਂ ਨਹੀਂ। ਬਾਕਸ ਆਫਿਸ ਦੀ ਜੇ ਗੱਲ ਕੀਤੀ ਜਾਵੇ। ਦੂਸਰੀ ਗੱਲ, ਜੇ ਸਾਨੂੰ ਪੁੱਛਦੇ ਹੋ ਤਾਂ ਅਸੀਂ ਜ਼ਰੂਰ ਕਰਾਂਗੇ, ਕਾਮੇਡੀ ਵੀ ਕਰਾਂਗੇ, ਐਕਸ਼ਨ ਵੀ ਕਰਾਂਗੇ, ਰੋਮਾਂਟਿਕ ਫਿਲਮਾਂ ਵੀ ਕਰਾਂਗੇ ਐਜ਼ ਅ ਟੀਮ। ਬਟ ਉਹ ਵੀ ਉਦਾਂ ਦੀਆਂ ਕਰਾਂਗੇ ਜਿਹੜੀਆਂ ਤੁਸੀਂ ਦੇਖੀਆਂ ਨਹੀਂ ਹੋਣਗੀਆਂ ਵੀ ਇਸ ਤਰੀਕੇ ਵੀ ਕਾਮੇਡੀ ਫਿਲਮ ਬਣ ਸਕਦੀ ਆ ਜਾਂ ਇਸ ਤਰੀਕੇ ਵੀ ਐਕਸ਼ਨ ਫਿਲਮ ਬਣ ਸਕਦੀ ਆ, ਜਿਹੜੀ ਘਰੇ ਬੈਠ ਕੇ ਵੀ ਅਸੀਂ ਦੇਖ ਸਕਦੇ ਹਾਂ ਪਰਿਵਾਰ ਦੇ ਨਾਲ, ਉਦਾਂ ਦੀਆਂ ਕਰਾਂਗੇ।
ਤੇ ਤੀਸਰੀ ਗੱਲ ਮੈਂ ਇਹ ਕਹੂੰਗਾ ਵੀ ਮੈਨੂੰ ਐਂ ਮਹਿਸੂਸ ਹੁੰਦਾ ਜਦੋਂ ਤੁਣਕਾ ਤੋਂ ਹੀ ਮੈਨੂੰ ਇੱਕ ਚੀਜ਼ ਮੈਂ ਨੋਟ ਕੀਤੀ ਆ, ਕਿਤੇ ਵੀ ਕਿਸੇ ਵੀ ਇੰਟਰਵਿਊ ਦੇ ਵਿੱਚ, ਚਾਹੇ ਇੱਥੇ ਆ ਚਾਹੇ ਇੰਡੀਆ 'ਚ ਕਿਤੇ ਵੀ ਹੋਈਆਂ ਨੇ, ਇੱਕ ਸਵਾਲ ਮੈਨੂੰ ਬਹੁਤ ਕੀਤਾ ਜਾਂਦਾ ਕਿ ਤੁਸੀਂ ਸਿਰਫ ਮੋਟੀਵੇਸ਼ਨਲੀ ਕਰਦੇ ਹੋ, ਕੁਝ ਹੋਰ ਟਰਾਈ ਕਿਉਂ ਨਹੀਂ ਕਰਦੇ ਜਾਂ ਅਲੱਗ ਹੋਰ ਕਿਉਂ ਨਹੀਂ ਕਰਦੇ। ਮੈਨੂੰ ਐਂ ਲੱਗਦਾ ਵੀ ਜਿਹੜੇ ਆਰਟਿਸਟ ਕਾਮੇਡੀ ਹੀ ਕਰਦੇ ਆ ਉਹਨਾਂ ਨੂੰ ਕਦੇ ਵੀ ਇਹ ਕਿਸੇ ਨੇ ਸਵਾਲ ਹੀ ਨਹੀਂ ਮੈਨੂੰ ਲੱਗਦਾ ਕੀਤਾ ਵੀ ਤੁਸੀਂ ਸਿਰਫ ਕਾਮੇਡੀ ਹੀ ਕਿਉਂ ਕਰਦੇ ਹੋ, ਤੁਸੀਂ ਕੁਝ ਅਲੱਗ ਕਿਉਂ ਨਹੀਂ ਕਰਦੇ। ਕਿਸੇ ਨੇ ਵੀ ਸਵਾਲ ਇਦਾਂ ਦਾ ਉਹਨਾਂ ਨੂੰ ਮੈਨੂੰ ਲੱਗਦਾ ਕਦੇ ਕੀਤਾ ਹੀ ਨਹੀਂ। ਸ਼ਾਇਦ ਸਵਾਲ ਨਹੀਂ ਕੀਤਾ ਇਸ ਕਰਕੇ ਉਹਨਾਂ ਨੇ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਬਦਲਣ ਦੀ। ਤੇ ਜੇ ਅਸੀਂ ਬਦਲਾਂਗੇ ਤਾਂ ਉਹਦਾ ਰੀਜ਼ਨ ਤੁਹਾਡੇ ਸਵਾਲ ਨਹੀਂ ਹੋਣਗੇ, ਉਹਦਾ ਰੀਜ਼ਨ ਸਾਡਾ ਆਰਟ ਹੀ ਹੋਊ, ਸਾਡੀ ਕ੍ਰੀਏਟੀਵਿਟੀ ਹੋਊਗੀ। ਤੇ ਉਹ ਵੀ ਅਸੀਂ ਵਿਸ਼ਵਾਸ ਦਿਵਾਉਂਦੇ ਆ ਵੀ ਜਦੋਂ ਕਾਮੇਡੀ ਵੀ ਕਰਾਂਗੇ ਨਾ ਤੁਹਾਨੂੰ ਉਹਦਾ ਮਿਆਰ ਅਸੀਂ ਵਧੀਆ ਲੈ ਕੇ ਆਵਾਂਗੇ ਕਿ ਹਾਂ ਕਾਮੇਡੀ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ 4 ਬੰਦਿਆਂ ਨੂੰ ਖੜਾ ਕੇ ਆਪਾਂ ਪੰਚਸ ਮਾਰ ਰਹੇ ਹਾਂ ਜਾਂ ਕੋਈ ਡਬਲ ਮੀਨਿੰਗ ਗੱਲ ਕਰ ਰਹੇ ਹਾਂ। ਕਾਮੇਡੀ ਸਿਚੁਏਸ਼ਨਲ ਵੀ ਹੋ ਸਕਦੀ ਆ, ਕਾਮੇਡੀ ਬਿਨਾਂ ਬੋਲੇ ਵੀ ਹੋ ਸਕਦੀ ਆ, ਤੇ ਕਾਮੇਡੀ ਪਰਿਵਾਰ 'ਚ ਬੈਠ ਕੇ ਵੀ ਦੇਖੀ ਜਾ ਸਕਦੀ ਹੈ। ਸਾਡੀ ਕੋਸ਼ਿਸ਼ ਇਹ ਹੋਊਗੀ ਇਨ ਫਿਊਚਰ, ਤੇ ਉਹ ਵੀ ਵਧੀਆ ਹੀ ਕਰਾਂਗੇ। ਥੈਂਕ ਯੂ। ਇੱਕ ਬਾਈ ਜੀ ਸਵਾਲ ਸੀਗਾ ਵੀ ਆਪਣੀਆਂ ਜਿੰਨੀਆਂ ਫਿਲਮਾਂ ਸਾਰੀਆਂ ਮਤਲਬ ਕਾਮੇਡੀ ਤੇ ਹੋ ਗਈਆਂ, ਮੋਟੀਵੇਸ਼ਨ ਤੇ ਹੋ ਗਈਆਂ, ਕੋਈ ਆਪਣੀ ਪੁਰਾਣੀ ਡਾਕੂਮੈਂਟਰੀ ਨਹੀਂ ਚੱਕਦਾ। ਜਿਵੇਂ ਆਪਣੇ ਰਾਜੇ ਹੋਏ ਆ ਬੜੇ ਮਹਾਰਾਜਾ ਰਣਜੀਤ ਸਿੰਘ ਹੋਇਆ, ਮਤਲਬ ਉਹਨਾਂ ਤੇ ਕਦੇ ਵੀ ਕੋਈ ਫਿਲਮ ਇੱਦਾਂ ਦੀ ਕਿਸੇ ਨੇ ਨਹੀਂ ਬਣਾਈ। ਮਤਲਬ ਹੋਰ ਆਪਾਂ ਸਾਊਥ 'ਚ ਦੇਖ ਲਈਏ, ਬਾਲੀਵੁੱਡ 'ਚ ਹੋਰ ਸਾਰੇ ਬਣਾਉਂਦੇ ਆ ਫਿਲਮਾਂ, ਆਪਣੇ ਮਤਲਬ ਕਿਉਂ ਨਹੀਂ ਬਣਾਉਂਦੇ? ਸਵਾਲ ਤੁਹਾਡਾ ਬੜਾ ਵਧੀਆ ਜੀ, ਪਰ ਸੱਚੀ ਦੱਸਦਾ ਇੰਡਸਟਰੀ ਦੇ ਵਿੱਚ ਨਾ ਬਹੁਤ ਲੋਕ ਇਦਾਂ ਦੇ ਆ ਜਿਹੜੇ ਇਦਾਂ ਦੇ ਕਨਸੈਪਟਸ ਤੇ ਬਣਾਉਣਾ ਚਾਹੁੰਦੇ ਆ ਫਿਲਮਾਂ। ਮੈਂ ਆਪਣੀ ਇਕੱਲੇ ਦੀ ਗੱਲ ਨਹੀਂ ਕਰਦਾ, ਹੋਰ ਵੀ ਹੈਗੇ ਆ ਬੰਦੇ ਸਾਡੇ ਨੋਨ ਨੇ ਜਾਂ ਜਿਨ੍ਹਾਂ ਨੂੰ ਸਾਨੂੰ ਪਤਾ ਵੀ ਹਾਂ ਉਹ ਉਦਾਂ ਦੇ ਕਨਸੈਪਟਸ ਉਹਨਾਂ ਦੇ ਮਾਈਂਡ 'ਚ ਹੈਗੇ ਆ। ਜਿਵੇਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਛੱਡੋ, ਹਿਸਟਰੀ ਆਪਣੀ ਇੰਨੀ ਗ੍ਰੇਟ ਆ। ਪੰਜਾਬ ਦੀ ਹਿਸਟਰੀ ਤਾਂ ਯਾਨੀ ਉਹ ਸਾਰਾ ਬਾਲੀਵੁੱਡ ਸਾਰਾ ਸਾਊਥ ਇਕੱਠਾ ਕਰ ਲਓ, ਉਹਨਾਂ ਤੋਂ ਕਿਤੇ ਵੱਧ ਆ, ਕਿਤੇ ਹੀ ਵੱਧ। ਕਿੰਨੇ ਯੋਧੇ ਸੂਰਵੀਰ ਹੋਏ ਆ ਹਨਾ। ਬਟ ਉਹ ਪ੍ਰੋਡਕਟਸ ਜਿਹੜੇ ਨੇ ਉਹ ਬਿਗ ਬਜਟ ਪ੍ਰੋਜੈਕਟ ਬਣ ਜਾਂਦੇ ਆ ਫਿਰ ਬਹੁਤ ਜ਼ਿਆਦਾ। ਅਸਲ 'ਚ ਜੋ ਸੱਚਾਈ ਆ, ਸਾਡੀਆਂ ਫਿਲਮਾਂ ਦੀ ਜਿਹੜੀ ਗ੍ਰੋਸ ਆ ਨਾ ਉਹ 40 ਕਰੋੜ 50 ਕਰੋੜ 60 ਕਰੋੜ ਤੇ ਆ ਕੇ ਮੁੱਕਦੀ ਆ। ਜਿਹੜੀਆਂ ਫਿਲਮਾਂ ਵੱਧ ਤੋਂ ਵੱਧ ਚੱਲਦੀਆਂ ਵੀ ਨੇ, ਤੇ ਉਹ ਗ੍ਰੋਸ ਦੀ ਗੱਲ ਕਰਦਾ ਮੈਂ। ਗ੍ਰੋਸ ਤੁਸੀਂ ਦੇਖਦੇ ਹੋਵੋਗੇ ਪੋਸਟਰ ਪੈਂਦੇ ਇੰਨੇ। ਗ੍ਰੋਸ ਦਾ ਮਤਲਬ ਹੁੰਦਾ ਉਹ ਚੋਂ ਕੱਟ ਕਟਾ ਕੇ ਪਤਾ ਨਹੀਂ 40% ਜਾਂ 35% ਪ੍ਰੋਡਿਊਸਰ ਕੋਲ ਆਉਂਦਾ। ਤੁਸੀਂ ਤੇ ਜਦੋਂ ਇਦਾਂ ਦੇ ਆਪਾਂ ਕਨਸੈਪਟ ਦੀ ਗੱਲ ਕਰਦੇ ਆ, ਉਹ ਹੁੰਦੇ ਆ ਬਹੁਤ ਜ਼ਿਆਦਾ ਪੈਸਾ ਲੱਗਣ ਵਾਲੇ ਪ੍ਰੋਜੈਕਟ। ਉੱਥੇ ਕਿਤੇ ਨਾ ਕਿਤੇ ਸਾਡੇ ਜਿਹੜੇ ਪ੍ਰੋਡਿਊਸਰਸ ਨੇ ਉਹ ਡਰ ਜਾਂਦੇ ਆ। ਉਹ ਉੱਥੇ ਫਿਰ ਉਹ ਮਿੱਥ ਸਾਹਮਣੇ ਆਉਂਦਾ ਕਿ ਯਾਰ ਇੱਥੇ ਆਪਣੇ ਤਾਂ ਕਾਮੇਡੀ ਫਿਲਮਸ ਹੀ ਹੁਣ ਤੱਕ ਹਿੱਟ ਹੋਈਆਂ ਨੇ, ਸੋ ਐਡਾ ਵੱਡਾ ਰਿਸਕ ਨਹੀਂ ਲੈ ਸਕਦੇ ਵੀ ਇੰਨਾ ਪੈਸਾ ਲੱਗੇ। ਤੇ ਹਾਲਾਂਕਿ ਸਾਡਾ ਪੰਜਾਬ ਜਿਹੜਾ ਸਾਡੇ ਤੋਂ ਪਾਕਿਸਤਾਨ ਦੇ ਵਿੱਚ ਰਹਿ ਗਿਆ ਸੀਗਾ, ਉਸ ਪੰਜਾਬ ਨੇ, ਜੇ ਸ਼ਾਇਦ ਤੁਸੀਂ ਦੇਖਿਆ ਕਿ ਨਹੀਂ ਦੇਖਿਆ, ਇੱਕ ਹੁਣ ਟ੍ਰੇਲਰ ਆਇਆ ਲੇਟੈਸਟ ਮੌਲਾ ਜੱਟ, ਉਹ ਟਾਈਟਲ ਦਾ ਇੱਕ ਟ੍ਰੇਲਰ ਆਇਆ ਫਿਲਮ ਦਾ, ਪੰਜਾਬੀ ਲੈਂਗੁਏਜ ਦੀ ਫਿਲਮ। ਉਹਦਾ ਤੁਸੀਂ ਟ੍ਰੇਲਰ ਦੇਖੋਗੇ ਤਾਂ ਦੇਖ ਕੇ ਐਂ ਲੱਗਦਾ ਹੀ ਨਹੀਂ ਕਿ ਉਹ ਪੰਜਾਬੀ ਫਿਲਮ ਦਾ ਟ੍ਰੇਲਰ, ਉਹ ਕਿਸੇ ਹਾਲੀਵੁੱਡ ਫਿਲਮ ਦਾ ਟ੍ਰੇਲਰ ਲੱਗਦਾ। ਤੇ ਉਹ ਬੰਦਿਆਂ ਨੇ ਸਿਰਫ ਪੈਸਾ ਨਹੀਂ, ਮਿਹਨਤ ਵੀ ਬਹੁਤ ਲਾਈ ਆ। ਸੋ ਇਦਾਂ ਦੇ ਜਿਹੜੇ ਕਨਸੈਪਟ ਨੇ ਨਾ, ਟਾਈਮ ਟੇਕਿੰਗ ਵੀ ਬਹੁਤ ਨੇ। VFX ਦਾ ਕੰਮ ਬਹੁਤ ਜ਼ਿਆਦਾ ਹੈਵੀ ਹੁੰਦਾ, ਮਤਲਬ ਉਹ ਪੋਸੀਬਲ ਨਹੀਂ। ਸਾਡੀਆਂ ਫਿਲਮਾਂ ਬਣਦੀਆਂ ਇੱਥੇ 2-2 ਮਹੀਨਿਆਂ ਦੇ ਵਿੱਚ, ਉਹ ਫਿਲਮਾਂ 2-2 3-3 ਸਾਲਾਂ 'ਚ ਬਣਨ ਵਾਲੀਆਂ ਨੇ। ਗੱਲ ਇਕੱਲੀ ਪੈਸੇ ਦੀ ਵੀ ਹੈ ਨਹੀਂ। ਉਸ ਤੋਂ ਬਾਅਦ ਕਿਤੇ ਨਾ ਕਿਤੇ ਮੇਕਰਸ ਨੂੰ ਇਹ ਡਰ ਆ ਵੀ ਸ਼ਾਇਦ ਸਾਡੀ ਆਡੀਅנס ਜਾਵੇ ਦੇਖਣ ਜਾਂ ਨਾ ਜਾਵੇ, ਪੈਸੇ ਪੂਰੇ ਹੋਣ ਜਾਂ ਨਾ ਹੋਣ। ਉਹਦੇ 'ਚ ਇਹੀ ਆ ਵੀ ਜਦੋਂ ਕੋਈ, ਚਾਹੇ ਸਾਡੇ ਵਰਗਾ ਚਾਹੇ ਕੋਈ ਹੋਰ ਬੰਦਾ ਇੰਡਸਟਰੀ 'ਚੋਂ ਕੋਈ ਥੋੜ੍ਹਾ ਬਹੁਤਾ ਡਿਫਰੈਂਟ ਜਾਂ ਵਧੀਆ ਕੰਮ ਕਰਦਾ, ਉਹਨੂੰ ਹੱਲਾਸ਼ੇਰੀ ਦਓਗੇ ਤਾਂ ਉਹਨੇ ਉਸ ਤੋਂ ਵੱਡਾ ਖੂਹ ਤਾਂ ਪੱਟਣਾ ਫਿਰ, ਹਨਾ। ਇਹ ਤੁਸੀਂ ਹੋ, ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਚੰਗੇ ਕੰਟੈਂਟ ਦੀ ਪਹਿਚਾਣ ਕਰੋਗੇ ਤਾਂ ਬਣ ਸਕਦੀਆਂ ਨੇ, ਬਹੁਤ ਵਧੀਆ ਬਣ ਸਕਦੀਆਂ ਨੇ। ਬਟ ਮੈਨੂੰ ਲੱਗਦਾ ਵੀ ਟਾਈਮ ਲੱਗੂ ਜੇ ਥੋੜਾ ਜਿਹਾ। ਹਾਂਜੀ ਭਾਈ, ਮੇਰਾ ਇੱਕ ਇੱਥੇ ਕੁਐਸਚਨ ਹੈ। ਜੇਕਰ ਆਪਾਂ ਬੋਡੀ ਟਰਾਂਸਫੋਰਮੇਸ਼ਨ ਦੀ ਗੱਲ ਕਰਦੇ ਹਾਂ ਕਿ ਵੀ ਤੁਹਾਡੀ ਪਹਿਲੇ ਦੀ ਮੂਵੀ ਤੁਨਕਾ ਸੀਗੀ, ਉਹਦੇ ਵਿੱਚ ਵੀ ਐਕਸਟ੍ਰੀਮ ਬੋਡੀ ਟਰਾਂਸਫੋਰਮੇਸ਼ਨ ਤੁਸੀਂ ਕੀਤੀ, ਇਸ ਮੂਵੀ ਵਿੱਚ ਵੀ ਕੀਤੀ। ਹੁਣ ਜਿਹੜੀਆਂ ਆਮ ਪੰਜਾਬੀ ਫਿਲਮਾਂ, ਹੁਣ ਬਹੁਤ ਸਾਰੀ ਬਾਲੀਵੁੱਡ ਦੀ ਮੂਵੀਆਂ, ਉਹ ਵੀ 40-45 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀਆਂ ਨੇ। ਹੁਣ ਇਹਦੇ ਵਿੱਚ ਤੁਹਾਡਾ ਇੱਕ ਸਮਾਂ ਬਹੁਤ ਲੱਗਦਾ, ਇੱਕ ਬੰਦਾ ਦਾ ਭਾਰ ਵੱਧ ਤੋਂ ਘਟਾਉਣ ਦੇ ਵਿੱਚ ਹੀ ਕਈ ਸਾਰੀ ਉਮਰ ਲੰਘ ਜਾਂਦੀ, ਨਹੀਂ ਘਟਾਉਂਦਾ ਤਾਂ। ਬਟ ਹੁਣ ਜਿਹੜੀ ਤੁਹਾਡੀ ਐਕਚੁਅਲ 'ਚ ਤੁਸੀਂ ਵਧਾ ਕੇ ਭਾਰ ਨੂੰ ਘਟਾਉਣਾ ਜਾਂ ਉਹ ਟਰਾਂਸਫੋਰਮੇਸ਼ਨ ਕਰਨੀ, ਉਹਦੇ ਵਿੱਚ ਸਮਾਂ ਵੀ ਬਹੁਤ ਲੱਗਦਾ ਤੇ ਐਫਰਟਸ ਵੀ ਬਹੁਤ ਲੱਗਦੇ। ਇਹਨਾਂ ਦੇ ਵਿੱਚ ਇੱਕ ਦੂਜਾ ਕੋਈ ਵੀ ਐਕਟਰ ਜਾਂ ਜਿਹੜਾ
ਡਾਇਰੈਕਟਰਸ ਨੇ ਉਹ ਕਈ ਫਿਲਮਾਂ ਉਹਦੇ ਵਿੱਚ ਕਰ ਦਿੰਦੇ ਨੇ। ਤਾਂ ਅੱਜ ਦੀ ਡੇਟ 'ਚ ਇਹ ਸਾਰਾ ਕੁਝ VFX ਦੇ ਥਰੂ ਵੀ ਪੋਸੀਬਲ ਹੈਗਾ ਆ, ਜਿੱਥੇ ਤੁਸੀਂ ਚਿਹਰੇ ਵੀ ਬਦਲ ਸਕਦੇ, ਕਈ ਕੁਝ ਤੁਸੀਂ ਕਰ ਸਕਦੇ ਹੋਗੇ। ਉਹ ਆਪਸ਼ਨ ਨੂੰ ਤੁਸੀਂ ਕਿਉਂ ਨਹੀਂ ਲਿਆ ਕਿ ਤੁਸੀਂ ਇਹ ਕਿਉਂ ਕਿਹਾ ਕਿ ਮੈਂ ਫਿਜ਼ੀਕਲੀ ਆਹ ਚੀਜ਼ ਨੂੰ ਕਰਨਾ, ਕਿਉਂਕਿ ਇਹ ਬਹੁਤ ਵੱਡਾ ਕਹਿੰਦੇ ਕਿ ਰਿਸਕ ਵੀ ਹੁੰਦਾ ਤੁਹਾਡੇ ਲਈ, ਹੈਲਥ ਰਿਸਕ ਵੀ ਆ, ਕਈ ਚੀਜ਼ਾਂ ਪੈ ਸਕਦੀਆਂ ਨੇ। ਤੇ ਤੁਸੀਂ ਇਹ ਰਿਸਕ ਲੈਣ ਕਾਹਤੋਂ ਲਿਆ ਕਿ ਦੋਨੋਂ ਮੂਵੀਜ਼ ਦੇ ਵਿੱਚ ਤਾਂ VFX ਜਾਂ ਜਿਹੜੀ ਟੈਕਨੋਲੋਜੀ ਉਹਨੂੰ ਤੁਸੀਂ ਕਿਉਂ ਨਹੀਂ ਯੂਜ਼ ਕੀਤਾ? ਜਿੱਥੇ ਤੱਕ ਪਹਿਲੀ ਫਿਲਮ ਦਾ ਸਵਾਲ ਹੈ ਜੀ, ਉਹਦੇ 'ਚ ਤਾਂ ਸਾਡੇ ਕੋਲ ਬਜਟ ਹੀ ਹੈ ਨਹੀਂ ਸੀ, ਸਿੱਧੀ ਜੀ ਗੱਲ ਵੀ ਇੰਨਾ VFX ਅਸੀਂ ਕਰਾ ਲੈਂਦੇ। ਤੇ ਦੂਜੀ ਗੱਲ, ਜੇ ਤੁਸੀਂ ਸੱਚੀ VFX ਦੇ ਥਰੂ ਹੀ ਇਹ ਕੰਮ ਕਰਨਾ, ਚਾਹੇ ਮੋਟੇ ਹੋਣਾ ਔਨ ਸਕਰੀਨ, ਚਾਹੇ ਪਤਲੇ ਹੋਣਾ, ਮੈਂ ਨਹੀਂ ਕਹਿੰਦਾ ਵੀ ਪੋਸੀਬਲ ਨਹੀਂ ਹੈ, ਪੋਸੀਬਲ ਹੈ ਬਿਲਕੁਲ, ਪਰ ਪੈਸਾ ਤੇ ਟਾਈਮ ਉਹਦੇ 'ਚ ਵੀ ਦੋਨੇ ਹੀ ਲੱਗਦੇ ਨੇ। ਫਿਰ VFX 'ਚ ਵੀ ਟਾਈਮ ਲੱਗਦਾ। ਫਿਰ ਦੂਜੀ ਗੱਲ ਇਹ ਆ ਵੀ ਮੈਨੂੰ ਐਂ ਲੱਗਦਾ ਵੀ ਕਿਤੇ ਨਾ ਕਿਤੇ ਤੁਸੀਂ ਉਹ ਕਰੈਕਟਰ ਨੂੰ ਆਡੀਅנס ਦੇ ਦਿਲਾਂ ਦੇ ਵਿੱਚ ਬਿਠਾਉਣਾ ਪੋਸੀਬਲ ਸਾਰੀਆਂ ਚੀਜ਼ਾਂ ਨੇ, ਬਟ ਉਹ ਮੈਨੂੰ ਐਂ ਲੱਗਦਾ ਵੀ ਕਨੈਕਟੀਵਿਟੀ ਨਹੀਂ ਬਣਦੀ, ਜੋ ਮੈਂ ਪਰਸਨਲੀ ਮੰਨਦਾ, ਐਜ਼ ਐਨ ਐਕਟਰ ਮੰਨਦਾ ਕਿ ਲੋਕਾਂ ਦੇ ਦਿਲ ਤੱਕ ਜੇ ਤੁਸੀਂ ਪਹੁੰਚਣਾ ਤਾਂ ਤੁਹਾਨੂੰ ਦਿਲੋਂ ਕੰਮ ਕਰਨਾ ਪੈਣਾ। ਉੱਪਰੋਂ ਤਾਂ ਚਲੋ ਪੋਸੀਬਲ ਆ, ਜੇ ਸਾਡੇ ਕੋਲ ਅੱਜ ਪੈਸੇ ਹੋਣਗੇ, ਕੱਲ ਪੈਸੇ ਹੋਣਗੇ, ਅਸੀਂ VFX ਨਾਲ ਵੀ ਕਰ ਸਕਦੇ ਹਾਂ, ਬਟ ਸਾਡੀ ਐਜ਼ ਅ ਟੀਮ ਇਹੀ ਕੋਸ਼ਿਸ਼ ਹੋਊ ਵੀ ਅਸੀਂ VFX ਉੱਥੇ ਯੂਜ਼ ਕਰੀਏ ਜਿੱਥੇ ਅਸੀਂ ਲੋਕਾਂ ਨੂੰ ਬੇਵਕੂਫ ਨਾ ਬਣਾਉਣਾ ਹੋਵੇ, ਜਿੱਥੇ ਅਸੀਂ ਕੰਟੈਂਟ ਨੂੰ ਅੱਛਾ ਬਣਾਉਣਾ ਹੋਵੇ ਉੱਥੇ ਕਰ ਲਈਏ, ਬਟ VFX ਉੱਥੇ ਯੂਜ਼ ਨਾ ਹੋਵੇ ਵੀ ਯਾਰ ਚਲੋ ਕੋਈ ਚੱਕਰ ਨਹੀਂ, ਕੱਟ ਲਓ ਵੱਢ ਲਓ ਥੋੜਾ ਜਿਹਾ, ਕਿਹੜਾ ਪਤਾ ਲੱਗਣਾ ਕਿਸੇ ਨੂੰ, ਉਹ ਕੰਮ ਨਹੀਂ ਕਰਾਂਗੇ। ਸੋ ਟਾਈਮ ਟੇਕਿੰਗ ਪ੍ਰੋਸੈਸ ਤਾਂ ਹੈਗਾ ਹੀ ਆ ਜੀ। ਸਾਡੀ ਫਿਲਮ ਨੂੰ 1 ਸਾਲ ਲੱਗ ਗਿਆ, ਲਾਸਟ ਸੈਪਟੈਂਬਰ ਦੇ ਵਿੱਚ, ਹੁਣ ਸੈਪਟੈਂਬਰ ਆ ਗਿਆ, ਪ੍ਰੀ ਪ੍ਰੋਡਕਸ਼ਨ ਸ਼ੁਰੂ ਹੋਈ ਸੀ ਤੇ 50 ਤੋਂ 55 ਦਿਨ ਦਾ ਸਾਡਾ ਟੋਟਲ ਸ਼ੂਟ ਸੀ 2 ਸਕੇਜੂਲਸ ਦੇ ਵਿੱਚ। ਜਿਵੇਂ ਤੁਸੀਂ ਸਹੀ ਗੱਲ ਕਹੀ, ਇੰਨੇ ਦਿਨਾਂ ਦੇ ਵਿੱਚ 2 ਫਿਲਮਾਂ ਪੰਜਾਬੀ ਸ਼ੂਟ ਹੋ ਜਾਂਦੀਆਂ ਨੇ, ਕਿਉਂਕਿ ਸਾਡਾ ਬਜਟ ਵੀ ਸ਼ੂਟ ਅਪ ਗਿਆ ਇਸ ਵਾਰ ਬਹੁਤ ਜ਼ਿਆਦਾ, ਕਿਉਂਕਿ ਹਰੇਕ ਬਰੀਕੀ ਤੇ ਅਸੀਂ ਕੰਮ ਕੀਤਾ। ਸੋ ਬਾਡੀ ਟਰਾਂਸਫਰਮੇਸ਼ਨ ਆ ਜਿਹੜਾ, ਉਹ ਜ਼ਰੂਰੀ ਵੀ ਹੈ ਨਹੀਂ ਵੀ ਹਰ ਵਾਰ ਹੋਵੇ। ਜੇ ਉਹ ਅਗਲੀ ਵਾਰ ਕਨਸੈਪਟ ਦੀ ਕਿਸੇ ਤਰੀਕੇ ਦੀ ਡਿਮਾਂਡ ਹੋਊ ਤਾਂ ਹੋ ਸਕਦਾ ਅਗਲੀ ਵਾਰੀ ਨਾ ਵੀ ਹੋਵੇ, ਬਟ ਟਾਈਮ ਜ਼ਰੂਰ ਲਾਵਾਂਗੇ।